ਪਹਿਲਾਂ ਮੈਨੂੰ ਕਾਫੀ ਸ਼ੌਕ ਲੱਗਾ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਵਿਰੋਧ ਆ ਬੋਡੀ ਬਿਲਡਿੰਗ ਦਾ। ਜੋ ਮਰਜ਼ੀ ਆ ਅਸੀਂ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਆ, ਪਰ ਬੋਡੀ ਬਿਲਡਿੰਗ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਸਪੈਸ਼ਲੀ ਵਿਰੋਧ ਦਾ ਕੀ ਕਾਰਨ ਆ ਕਿ ਤੁਹਾਨੂੰ ਬਿਕਨੀ ਪਾ ਕੇ ਸਟੇਜ 'ਤੇ ਜਾਣਾ ਪੈਣਾ ਆ। ਸੋ ਇਹ ਸਭ ਤੋਂ ਵੱਡਾ ਕਾਰਨ ਹੈ ਆਈ ਥਿੰਕ ਅਕੋਰਡਿੰਗ ਟੂ ਮੀ। ਭਾਵੇਂ ਜਿੰਨੇ ਮਰਜ਼ੀ ਅਸੀਂ ਐਡਵਾਂਸ ਹੋ ਗਏ ਆ, ਭਾਵੇਂ ਅਸੀਂ ਆਪਣੀਆਂ ਵਾਈਫਾਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਸ਼ਰਾਬਾਂ ਪਿਲਾਉਂਦੇ ਆ, ਪਰ ਜਿਹੜੀਆਂ ਕਈ ਚੀਜ਼ਾਂ ਆ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ। ਸੋ ਸਾਨੂੰ ਹੁੰਦਾ ਕਿ ਆਹ ਚੀਜ਼ ਜੇ ਸੋਸਾਇਟੀ ਵਿੱਚ ਐਕਸੈਪਟੇਬਲ ਆ ਕਰੋ, ਜੇ ਆਹ ਨਹੀਂ ਐਕਸੈਪਟੇਬਲ ਫਿਰ ਅਸੀਂ ਨਹੀਂ ਕਰਨੀ। ਬਿਲਕੁਲ ਵੇਟ ਲਾਸ ਤੋਂ ਸ਼ੁਰੂ ਹੋਈ, ਪਰ ਭਾਰ ਲੂਜ਼ ਕਰਦੇ ਕਰਦੇ ਮੇਰੀ ਕਮਿਟਮੈਂਟ ਆਪਣੇ ਆਪ ਨਾਲ ਹੀ ਸੀਗੀ ਕਿ ਮੈਂ ਭਾਰ ਲੂਜ਼ ਕਰਨਾ ਆ। ਕਦੋਂ ਬੋਡੀ ਬਿਲਡਿੰਗ ਸਟੇਜ ਤੱਕ ਪਹੁੰਚ ਕੇ ਪਤਾ ਨਹੀਂ ਲੱਗਾ। ਪਰ ਗੱਲ ਆ ਕਿ ਮੈਂ ਆਪਣਾ ਬੋਡੀ ਬਿਲਡਿੰਗ ਕਰਨ ਦਾ ਆਪ ਵੀ ਛੱਡ ਦਿੱਤਾ ਸੀਗਾ ਕਿਉਂਕਿ ਮੈਂ ਬਹੁਤ ਲਾਸਟ ਮੇਰੇ ਸੀਗਾ ਪਲੇਸ ਜਦੋਂ ਮੈਂ ਬੋਡੀ ਬਿਲਡਿੰਗ ਕੀਤੀ। ਸੋ ਮੈਨੂੰ ਆਪਣੇ ਆਪ ਨੂੰ ਲੱਗਾ ਕਿ ਮੇਰੇ ਲਈ ਨਹੀਂ ਗਈ, ਕਿ ਮੈਂ ਲਾਸਟ ਪਲੇਸ 'ਤੇ ਆ। ਮੈਂ ਕੀ ਰਿਪਰੈਜ਼ੈਂਟ ਕਰਦੀ ਹਾਂ? 2 ਬੱਚਿਆਂ ਦੀ ਮਾਂ ਆ, ਇੱਕ ਸਮਾਲ ਪਿੰਡ ਤੋਂ ਆਈ ਹਾਂ, ਇੱਕ ਕਲਚਰਲ ਫੈਮਿਲੀ 'ਚ ਰਹਿ ਰਹੀ ਹਾਂ। ਸੋ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਇੱਥੇ ਬਿਲੋਂਗ ਨਹੀਂ ਕਰਦੀ। ਪਰਿਵਾਰ ਦਾ ਕਿੰਨਾ ਸਪੋਰਟ ਰਿਹਾ ਤੇ ਇਹ ਫੈਕਟ ਕਿ ਜਿਵੇਂ ਤੁਸੀਂ ਕੰਪੀਟੀਟਿਵ ਬੋਡੀ ਬਿਲਡਿੰਗ ਦੇ ਵਿੱਚ ਆ ਗਏ, ਦੇਖੋ ਇਹ ਬਹੁਤ ਔਖਾ ਕੰਮ ਹੈ। ਜਿਵੇਂ ਤੁਸੀਂ ਕਿਹਾ ਕਿ ਇਹਦੀ ਇੱਕ ਸਭ ਤੋਂ ਵੱਡੀ ਮੈਨੂੰ ਲੱਗਦਾ ਚੁਣੌਤੀ ਤਾਂ ਡਰੈਸ ਹੀ ਹੈ। ਆਈ ਥਿੰਕ ਬਿਕਨੀ ਪਾਉਣਾ ਪੈਂਦਾ ਤੁਹਾਨੂੰ ਕੰਪੀਟੀਟਿਵ ਜੇ ਤੁਸੀਂ ਜਾਣਾ ਬੋਡੀ ਬਿਲਡਿੰਗ 'ਚ, ਹੋਰ ਕੋਈ ਚਾਰਾ ਨਹੀਂ। ਇਹ ਆ ਕਿ ਜੇ ਤੁਸੀਂ ਕੰਸਿਸਟੈਂਟ ਹੋ ਕਾਫੀ ਟਾਈਮ ਤੋਂ, ਤੁਸੀਂ 1 ਸਾਲ ਦੀ ਪ੍ਰੈਪ ਲੈ ਲਓ। ਕਈ ਐਥਲੀਟ ਆ ਜਿਹੜੇ 24 ਤੋਂ 36 ਵੀਕਾਂ ਦੀ ਪ੍ਰੈਪ ਕਰਦੇ ਨੇ, ਜਿਹਦੇ ਵਿੱਚ ਉਹਨਾਂ ਨੂੰ ਟ੍ਰੇਨ ਹਾਰਡ ਕਰਨਾ ਪੈਂਦਾ, 2 ਤੋਂ 3 ਵਾਰੀ ਜਿਮ ਜਾਂਦੇ ਨੇ। ਆਪਣਾ ਖਾਣਾ ਉਹਨਾਂ ਨੂੰ ਇਹ ਹੁੰਦਾ ਆ ਕਿ ਸਾਰਾ ਕੁਛ ਮੈਜਰ ਕਰਕੇ ਖਾਣਾ, ਵੇ ਕਰਕੇ ਖਾਣਾ, ਆਊਟਸਾਈਡ ਉਹਦੇ ਤੋਂ ਖਾ ਨਹੀਂ ਸਕਦੇ। ਫਿਟਨੈਸ ਹੈ ਹੀ ਲਗਜ਼ਰੀ ਅੱਜ ਕੱਲ੍ਹ, ਸਪੈਸ਼ਲ ਅੱਜ ਦੇ ਜ਼ਮਾਨੇ ਵਿੱਚ। ਜਦੋਂ ਮੈਂ ਦੇਖਦੀ ਹਾਂ ਗਰੋਸਰੀ ਸਟੋਰਾਂ ਵਿੱਚ ਜਾਂਦੀ ਹਾਂ, ਜੇ ਮੈਂ ਕੰਪੇਅਰ ਕਰਦੀ ਹਾਂ ਜੰਕ ਫੂਡ ਨੂੰ ਹੈਲਥੀ ਫੂਡ ਨਾਲ, ਸੋ ਮਚ ਐਕਸਪੈਂਸਿਵ। ਹੁਣ ਮੇਰੇ ਨਾਲ ਇੱਕ ਬਹੁਤ ਹੀ ਖਾਸ ਚਰਚਾ ਦੇ ਵਿੱਚ ਹਿੱਸਾ ਲੈਣ ਲਈ ਇੱਕ ਖਾਸ ਮਹਿਮਾਨ ਹੈਗੇ ਨੇ ਜੋ ਕਿ ਰੈਡ FM ਦੇ ਸਟੂਡੀਓ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇੰਟਰੋਡਿਊਸ ਕਰਾਉਣਾ ਚਾਹਾਂਗਾ ਸੰਦੀਪ ਕੌਰ ਦੋਸਾਂਝ ਜੀ ਇਸ ਵਕਤ ਮੇਰੇ ਨਾਲ ਹੈਗੇ ਨੇ, ਜਿਨ੍ਹਾਂ ਨੂੰ ਸੈਂਡੀ ਦੋਸਾਂਝ ਦੇ ਨਾਂ ਨਾਲੋਂ ਜਾਣਿਆ ਜਾਂਦਾ ਹੈ। ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੋੜ੍ਹੀ ਜਿਹੀ ਤਾਂ ਇੰਟਰੋਡਕਸ਼ਨ ਮੈਂ ਪਹਿਲਾਂ ਦੇ ਚੁੱਕਾ ਹਾਂ ਇਸ ਸ਼ੋਅ ਦੇ ਵਿੱਚ, ਅਤੇ ਆਪਣੇ ਦਰਸ਼ਕਾਂ ਨੂੰ ਇਹ ਦੁਬਾਰਾ ਦੱਸ ਦਈਏ ਲਿਸਨਰਸ ਨੂੰ ਕਿ ਸੰਦੀਪ ਕੌਰ ਦੋਸਾਂਝ ਜੀ ਤਕਰੀਬਨ 2 ਦਹਾਕੇ ਪਹਿਲਾਂ, ਯਾਨੀ ਕਿ 20 ਸਾਲ ਪਹਿਲਾਂ ਕੈਨੇਡਾ ਆਏ ਸਨ। ਜਲੰਧਰ ਦੇ ਇੱਕ ਪਿੰਡ ਤਲਵੰਡੀ ਮਾਧੋ, ਐਮ ਆਈ ਰਾਈਟ? ਹਾਂਜੀ, ਤਲਵੰਡੀ ਮਾਧੋ ਦੇ ਰਹਿਣ ਵਾਲੇ ਸਨ। ਇਹਨਾਂ ਦੇ ਪਤੀ ਜਿਹੜੇ ਹੈਗੇ ਨੇ ਫੋਰਮਰ ਡਿਟੈਕਟਿਵ ਹੈਗੇ ਨੇ, ਕੈਲ ਦੋਸਾਂਝ। ਪਹਿਲਾਂ ਵੀ ਤੁਸੀਂ ਸਾਡੇ ਰੇਡੀਓ ਸਟੇਸ਼ਨਸ ਉੱਤੇ ਕਈ ਵਿਸ਼ਿਆਂ ਦੇ ਉੱਤੇ ਉਹਨਾਂ ਨੂੰ ਸੁਣਿਆ ਹੋਏਗਾ। ਲੇਕਿਨ ਖਾਸੀਅਤ ਇਹ ਹੈ ਕਿ ਸੰਦੀਪ ਕੌਰ ਦੋਸਾਂਝ, ਸੈਂਡੀ ਦੋਸਾਂਝ ਜੀ ਮਹਿਲਾ ਬੋਡੀ ਬਿਲਡਿੰਗ ਦੇ ਵਿੱਚ ਇੱਕ ਕਿਰਦਾਰ ਦੇ ਰੂਪ ਵਿੱਚ, ਇੱਕ ਸ਼ਖਸੀਅਤ ਦੇ ਰੂਪ ਵਿੱਚ ਉੱਭਰੇ ਨੇ। ਹੁਣ ਮਹਿਲਾ ਬੋਡੀ ਬਿਲਡਿੰਗ ਇੱਕ ਅਜਿਹਾ ਸਟਰੀਮ ਹੈ, ਅਜਿਹਾ ਫੀਲਡ ਹੈ ਜਿਸ ਦੇ ਬਾਰੇ ਜ਼ਿਆਦਾ ਲੋਕਾਂ ਨੂੰ ਪਤਾ ਵੀ ਨਹੀਂ ਹੈ, ਅਤੇ ਖਾਸ ਕਰਕੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਮਹਿਲਾਵਾਂ ਦਾ ਬੋਡੀ ਬਿਲਡਿੰਗ ਦੇ ਵਿੱਚ ਉਤਰਨਾ ਆਪਣੇ ਆਪ ਦੇ ਵਿੱਚ ਇੱਕ ਨਿਵੇਕਲਾ ਤਜਰਬਾ ਵੀ ਹੈ। ਸੋ ਇਹ ਸਾਰੀ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ। ਸੈਂਡੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਕਿ ਇਹ ਡੌਲਿਆਂ ਛੌਲਿਆਂ ਦੀ ਦੁਨੀਆ ਦੇ ਵਿੱਚ ਤੁਸੀਂ ਕਿਵੇਂ ਆਏ? ਆਪਣਾ ਥੋੜ੍ਹਾ ਜਿਹਾ ਬੈਕਗਰਾਊਂਡ ਵੀ ਜ਼ਰੂਰ ਦੱਸੋ ਕਿ ਪੰਜਾਬ ਦੇ ਵਿੱਚ ਕੀ ਕੰਮ ਕਰ ਰਹੇ ਸੀ, ਕੋਈ ਸਪੋਰਟਸ ਦਾ ਬੈਕਗਰਾਊਂਡ ਸੀ, ਅਤੇ ਇਹ ਸਭ ਸ਼ੁਰੂ ਕਿਵੇਂ ਹੋਇਆ? ਮੇਰਾ ਬੈਕਗਰਾਊਂਡ ਸਪੋਰਟਸ ਵਿੱਚ ਨਹੀਂ ਸੀ। ਮੈਂ ਇੱਕ ਪਿੰਡ ਤੋਂ, ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਤਲਵੰਡੀ ਮਾਧੋ ਤੋਂ। ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਕੁੜੀਆਂ ਨੂੰ ਮੋਸਟਲੀ ਰੇਜ਼ ਕਰਦੇ ਆ ਐਜ਼ ਅ ਹਾਊਸ ਵਾਈਫ। ਉਹਨਾਂ ਦਾ ਧਿਆਨ ਹੁੰਦਾ ਕਿ ਘਰ ਦੇ ਕੰਮ ਸਿੱਖੋ, ਪੜ੍ਹਨ ਜਾਓ, ਸਕੂਲ, ਆਪਣੀ ਪੜ੍ਹਾਈ 'ਚ ਧਿਆਨ ਦਿਓ। ਸੋ ਸੇਮ ਥਿੰਗ ਸੀਗਾ। ਮੈਨੂੰ ਕੋਈ ਖੇਡਣ ਦਾ ਮੌਕਾ ਨਹੀਂ ਮਿਲਿਆ ਜਦੋਂ ਮੈਂ ਗਰੋ ਅਪ ਹੋ ਰਹੀ ਸੀ, ਪਰ ਮੈਨੂੰ ਕਾਲਜ ਜਾਣ ਦਾ ਮੌਕਾ ਮਿਲਿਆ। ਮੈਂ ਆਪਣੀ ਪੜ੍ਹਾਈ ਦੇ ਵਿੱਚ ਬਿਜ਼ੀ ਸੀ। ਮੈਂ ਆਪਣੀ ਮਾਸਟਰਸ ਕਰ ਰਹੀ ਸੀ ਇਕਨੋਮਿਕਸ ਦੇ ਵਿੱਚ, ਜਦੋਂ ਮੈਨੂੰ ਕੈਲ ਦੇ ਨਾਲ ਸਾਡੀ ਅਰੇਂਜ ਮੈਰਿਜ ਹੋਈ। ਫਿਰ ਮੈਂ ਕੈਨੇਡਾ ਦੇ ਵਿੱਚ ਮੂਵ ਹੋ ਗਈ। ਸੋ ਇੱਥੋਂ ਹੀ ਮੇਰੀ ਜਰਨੀ ਹੋ ਗਈ ਕਿਉਂਕਿ ਕੈਲ ਉਹ ਸ਼ੁਰੂ ਤੋਂ ਹੀ ਉਹਨਾਂ ਨੂੰ ਫਿਟਨੈਸ ਦਾ ਬਹੁਤ ਸ਼ੌਂਕ ਹੈ। ਤੁਸੀਂ ਇਹ ਸੋਚ ਲਓ ਕਿ ਸ਼ਾਇਦ ਉਹ ਪੁਲਿਸ ਆਫਿਸਰ ਸੀ, ਸੋ ਉਹਨਾਂ ਦੀ ਜੋਬ ਹੀ ਇੱਦਾਂ ਦੀ ਸੀਗੀ। ਸੋ ਉਹਨਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਜਿਮ ਜਾਣਾ ਸ਼ੁਰੂ ਕਰ ਦਿੱਤਾ। ਮੇਰੀ ਸ਼ੁਰੂਆਤ ਬਹੁਤ ਹੀ ਸਿੰਪਲ, ਬਹੁਤ ਹੀ ਹੰਬਲ ਸੀ ਜੀ। ਲੇਕਿਨ ਬੋਡੀ ਬਿਲਡਿੰਗ ਤਾਂ ਇੱਕ ਬਹੁਤ ਔਖਾ ਕੰਮ ਹੈ ਟੂ ਦ ਐਕਸਟੈਂਟ ਕਿ ਇੱਕ ਰੂਟੀਨ ਹੈ ਇਸ ਦੇ ਵਿੱਚ, ਇੱਕ ਬਹੁਤ ਇੱਕ ਜਿਸ ਨੂੰ ਕਹਿੰਦੇ ਕਿ ਅਨਫੋਰਗਿਵਿੰਗ ਜਿਹਾ ਰੂਟੀਨ ਹੁੰਦਾ ਹੈ। ਤੁਹਾਡੇ ਸਰੀਰ ਨੂੰ ਤੁਸੀਂ ਰੋਜ਼ ਪਨਿਸ਼ ਕਰਦੇ ਹੋ, ਲਿਟਰਲੀ ਤੁਸੀਂ ਆਪਣੇ ਮਸਲਸ ਨੂੰ ਪਨਿਸ਼ ਕਰਦੇ ਹੋ। ਰੋਜ਼ ਕਹਿੰਦੇ ਨਾ, ਬੇਸਿਕਲੀ ਤੁਸੀਂ ਆਪਣੇ ਮਸਲਸ ਨੂੰ ਤੋੜਦੇ ਹੋ ਤਾਂ ਕਿ ਉਹ ਦੁਬਾਰਾ ਬਣ ਸਕਣ। ਸੋ ਇਹ ਟਰਾਂਸਫੋਰਮੇਸ਼ਨ ਕਿਵੇਂ ਹੋਈ? ਸਟਾਰਟਿੰਗ ਦੇ ਵਿੱਚ ਰਿਲੈਕਟੈਂਸ ਆਈ ਸੀ? ਮਹਿਲਾਵਾਂ ਦਾ ਇਸ ਫੀਲਡ ਦੇ ਵਿੱਚ ਕਿੰਨਾ ਕੁ ਹੋਣ ਦਾ ਰੁਝਾਨ ਹੈ?
ਅੱਜ ਕੱਲ੍ਹ ਤਾਂ ਵੈਸੇ ਆਪਣੀਆਂ ਕਾਫੀ ਕੁੜੀਆਂ ਜਿਹੜੀਆਂ ਜਿਮ ਦੇ ਵਿੱਚ ਲੱਗ ਗਈਆਂ ਨੇ, ਜਿਹੜੀਆਂ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਂਕ ਵੀ ਰੱਖਦੀਆਂ। ਪਰ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਇੰਨਾ ਹੈ ਨਹੀਂ ਸੀਗਾ, ਅਤੇ ਮੈਨੂੰ ਵੀ ਹੈ ਨਹੀਂ ਸੀ। ਜਦੋਂ ਕੈਲ ਨੇ ਮੈਨੂੰ ਇੰਟਰੋਡਿਊਸ ਕੀਤਾ ਜਿਮ ਦੇ ਵਿੱਚ, ਮੈਨੂੰ ਕੋਈ ਖਾਸ ਸ਼ੌਂਕ ਨਹੀਂ ਸੀ। ਮੈਂ ਬਹੁਤ ਇਹਦਾ ਵਿਰੋਧ ਵੀ ਕੀਤਾ ਕਿ ਮੈਂ ਨਹੀਂ ਜਾਣਾ। ਪਰ ਜਦੋਂ ਮੇਰੇ 2 ਬੱਚੇ ਹੋ ਗਏ, ਮੈਨੂੰ ਸਿਰਫ ਇਹ ਸੀਗਾ ਕਿ ਮੈਂ ਆਪਣਾ ਭਾਰ ਲੂਜ਼ ਕਰਨਾ ਆ ਆਫਟਰ ਦੈਟ। ਸੋ ਮੈਂ ਸਟਾਰਟਿੰਗ ਬੇਸਿਕਲੀ weight loss ਤੋਂ ਸ਼ੁਰੂ ਹੋਈ ਪੋਸਟ ਯੂਰ ਪ੍ਰੈਗਨੈਂਸੀ, ਰਾਈਟ? ਹਾਂਜੀ, ਬਿਲਕੁਲ weight loss ਤੋਂ ਸ਼ੁਰੂ ਹੋਈ। ਪਰ ਭਾਰ ਲੂਜ਼ ਕਰਦੇ ਕਰਦੇ ਮੇਰੀ ਕਮਿਟਮੈਂਟ ਆਪਣੇ ਆਪ ਨਾਲ ਹੀ ਸੀਗੀ ਕਿ ਮੈਂ ਭਾਰ ਲੂਜ਼ ਕਰਨਾ ਆ। ਕਦੋਂ ਬੋਡੀ ਬਿਲਡਿੰਗ ਸਟੇਜ ਤੱਕ ਪਹੁੰਚ ਕੇ ਪਤਾ ਨਹੀਂ ਲੱਗਾ। ਯਾ ਚੁਣੌਤੀਆਂ ਕੀ ਰਹੀਆਂ, ਚੈਲੰਜਸ ਕੀ ਰਹੇ? ਪੁਰਸ਼ ਪ੍ਰਧਾਨ ਇੱਕ ਅਜਿਹਾ ਏਰੀਆ ਹੈ, ਲੇਕਿਨ ਉਸ ਦੇ ਵਿੱਚ ਤੁਹਾਡਾ ਆਣਾ ਤੇ ਕੰਪੀਟੀਟਿਵ ਬੋਡੀ ਬਿਲਡਿੰਗ ਦੇ ਵਿੱਚ ਆ ਜਾਣਾ। ਇੱਕ ਤਾਂ ਹੁੰਦਾ ਵੀ ਤੁਸੀਂ ਆਪਣੇ ਸ਼ੌਂਕ ਲਈ ਕਰ ਰਹੇ ਹੋ, ਆਪਣੀ ਫਿਟਨੈਸ ਲਈ ਕਰ ਰਹੇ ਹੋ, ਦੂਸਰਾ ਵੀ ਤੁਸੀਂ ਕੰਪੀਟੀਟਿਵ ਹੋ ਜਾਂਦੇ ਹੋ। ਸੋ ਉਹ ਜਰਨੀ ਕਿਵੇਂ ਦੀ ਰਹੀ? ਪਹਿਲਾਂ ਮੈਨੂੰ ਕਾਫੀ ਸ਼ੌਕ ਲੱਗਾ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਵਿਰੋਧ ਆ ਬੋਡੀ ਬਿਲਡਿੰਗ ਦਾ। ਜੋ ਮਰਜ਼ੀ ਆ ਅਸੀਂ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਆ, ਪਰ ਬੋਡੀ ਬਿਲਡਿੰਗ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਸਪੈਸ਼ਲੀ ਵਿਰੋਧ ਦਾ ਕੀ ਕਾਰਨ ਆ ਕਿ ਤੁਹਾਨੂੰ ਬਿਕਨੀ ਪਾ ਕੇ ਸਟੇਜ 'ਤੇ ਜਾਣਾ ਪੈਣਾ ਆ। ਸੋ ਇਹ ਸਭ ਤੋਂ ਵੱਡਾ ਕਾਰਨ ਹੈ। ਆਈ ਥਿੰਕ ਅਕੋਰਡਿੰਗ ਟੂ ਮੀ, ਭਾਵੇਂ ਜਿੰਨੇ ਮਰਜ਼ੀ ਅਸੀਂ ਐਡਵਾਂਸ ਹੋ ਗਏ ਆ, ਭਾਵੇਂ ਅਸੀਂ ਆਪਣੀਆਂ ਵਾਈਫਾਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਸ਼ਰਾਬਾਂ ਪਿਲਾਉਂਦੇ ਆ, ਪਰ ਜਿਹੜੀਆਂ ਕਈ ਚੀਜ਼ਾਂ ਆ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ। ਸੋ ਸਾਨੂੰ ਹੁੰਦਾ ਕਿ ਆਹ ਚੀਜ਼ ਜੇ ਸੋਸਾਇਟੀ ਵਿੱਚ ਐਕਸੈਪਟੇਬਲ ਆ ਕਰੋ, ਜੇ ਆ ਨਹੀਂ ਐਕਸੈਪਟੇਬਲ ਫਿਰ ਅਸੀਂ ਨਹੀਂ ਕਰਨੀ। ਇਸ ਤਰੀਕੇ ਦਾ ਲੋਕਾਂ ਦਾ ਮਾਈਂਡਸੈਟ ਇਹ ਦੱਸਿਆ, ਲੋਕਾਂ ਨੇ ਤੁਹਾਨੂੰ ਰੈਜ਼ਿਸਟ ਕੀਤਾ, ਮਨਾ ਕੀਤਾ, ਪਰਿਵਾਰ ਨੇ, ਰਿਸ਼ਤੇਦਾਰਾਂ ਨੇ? ਹਾਂਜੀ, ਮੈਨੂੰ ਇਹ ਸੁਣਨ ਨੂੰ ਮਿਲਿਆ ਸੀਗਾ। ਪਰ ਗੱਲ ਆ ਕਿ ਮੈਂ ਆਪਣਾ ਬੋਡੀ ਬਿਲਡਿੰਗ ਕਰਨ ਦਾ ਆਪ ਵੀ ਛੱਡ ਦਿੱਤਾ ਸੀਗਾ ਕਿਉਂਕਿ ਮੈਂ ਬਹੁਤ ਲਾਸਟ ਮੇਰਾ ਸੀਗਾ ਪਲੇਸ ਜਦੋਂ ਮੈਂ ਬੋਡੀ ਬਿਲਡਿੰਗ ਕੀਤੀ। ਸੋ ਮੈਨੂੰ ਆਪਣੇ ਆਪ ਨੂੰ ਲੱਗਾ ਕਿ ਮੇਰੇ ਲਈ ਨਹੀਂ ਗਈ, ਕਿ ਮੈਂ ਲਾਸਟ ਪਲੇਸ 'ਤੇ ਆ। ਮੈਂ ਕੀ ਰਿਪਰੈਜ਼ੈਂਟ ਕਰਦੀ ਹਾਂ? 2 ਬੱਚਿਆਂ ਦੀ ਮਾਂ ਆ, ਇੱਕ ਸਮਾਲ ਪਿੰਡ ਤੋਂ ਆਈ ਹਾਂ, ਇੱਕ ਕਲਚਰਲ ਫੈਮਿਲੀ 'ਚ ਰਹਿ ਰਹੀ ਹਾਂ। ਸੋ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਇੱਥੇ ਬਿਲੋਂਗ ਨਹੀਂ ਕਰਦੀ। ਇਹ ਕਿਹੜੇ ਸੰਨ ਦੀ ਗੱਲ ਹੋਏਗੀ? ਇਹ 2012 ਦੀ ਗੱਲ ਸੀਗੀ, ਜਿੱਥੇ ਆਊਟ ਆਫ 14 ਗਰਲਸ ਹੈ ਮੇਰੀ ਕੈਟੇਗਰੀ ਦੇ ਵਿੱਚ, ਕਿਉਂਕਿ ਇੱਥੇ ਕੈਟੇਗਰੀਜ਼ ਹੁੰਦੀਆਂ ਅਤੇ ਮੈਂ 14th ਪਲੇਸ 'ਤੇ ਸੀਗੀ। ਪਰ ਇਹ ਸੀਗਾ ਕਿ ਮੇਰਾ ਐਕਸਰਸਾਈਜ਼ ਕਰਨ ਦੇ ਨਾਲ ਲੱਗਣ ਲੱਗ ਗਈ ਸੀ। ਤੁਸੀਂ ਇਹ ਸਾਲੋਂ ਕਿ ਮੇਰਾ ਡਿਸਿਪਲਿਨ ਬਣ ਗਿਆ ਸੀਗਾ। ਮੈਨੂੰ ਇਹ ਸੀਗਾ ਕਿ ਚਲੋ ਦੈਟਸ ਓਕੇ, ਮੈਂ ਸ਼ੋਅ ਨਹੀਂ ਕਰਨਾ, ਪਰ ਮੈਂ ਆਪਣਾ ਡਿਸਿਪਲਿਨ ਕੰਟੀਨਿਊ ਕਰਨਾ। ਫਿਰ ਮੈਂ 2017 ਦੇ ਵਿੱਚ ਮੈਂ 5 ਸਾਲ ਨਹੀਂ ਕੀਤਾ। ਸੋ 2017 ਦੇ ਵਿੱਚ ਮੈਂ ਦੁਬਾਰਾ ਕੀਤਾ, ਜਿੱਥੇ ਮੈਂ 2012 ਤੋਂ ਲੈ ਕੇ 2017 ਦੇ ਵਿੱਚ ਤੁਸੀਂ ਡਿਸਕਰੇਜ ਹੋ ਚੁੱਕੇ ਸੀ। ਤੁਹਾਨੂੰ ਲੱਗ ਨਹੀਂ ਰਿਹਾ ਸੀ ਇਹਦੇ ਵਿੱਚ ਕੋਈ ਭਵਿੱਖ ਹੈਗਾ ਜਾਂ ਤੁਹਾਡੇ ਲਈ ਇਹ ਬਣਿਆ ਹੈ? ਬਿਲਕੁਲ, ਐਬਸੋਲਿਊਟਲੀ, ਕਿਉਂਕਿ ਮੈਨੂੰ ਸੀਗਾ ਕਿ ਮੈਂ ਸਾਰਿਆਂ ਨੇ ਇਹ ਲਾਈਕ ਨਹੀਂ ਕਰਦੇ ਕਿਉਂਕਿ ਉਹ ਪੁਆਇੰਟ ਆਊਟ ਕਰਦੇ ਆ ਫਿੰਗਰ, ਹੈ ਨਾ। ਸੋ ਮੈਨੂੰ ਸੀਗਾ ਕਿ ਮੈਂ ਨਹੀਂ ਕਰਨਾ। ਪਰ 2017 ਦੇ ਵਿੱਚ ਫਿਰ ਮੈਨੂੰ ਦੁਬਾਰਾ ਸਾਰਿਆਂ ਨੇ ਇਨਕਰੇਜਮੈਂਟ ਕੀਤਾ ਜਿਮ ਦੇ ਵਿੱਚ ਕਿ ਤੈਨੂੰ ਕਰਨਾ ਚਾਹੀਦਾ। ਸੋ ਆਈ ਡਿਡ ਇਟ। ਮੈਂ ਉਦੋਂ ਲੋਕਲ ਕੀਤਾ ਸੀਗਾ ਜਿੱਥੇ ਮੇਰਾ ਫਸਟ ਪਲੇਸ ਆਇਆ ਸੀ। ਫਿਰ ਮੈਂ BCS ਕੀਤਾ, ਉਹ ਵੀ ਜਿੱਤਿਆ। ਫਿਰ ਮੈਂ ਨੈਸ਼ਨਲ ਕੀਤਾ, ਉਹ ਵੀ ਫਸਟ ਪਲੇਸ ਆਇਆ ਸੀ ਓਪਨ ਦੇ ਵਿੱਚ ਐਂਡ ਮਾਸਟਰਸ ਦੇ ਵਿੱਚ। ਪਰਿਵਾਰ ਦਾ ਕਿੰਨਾ ਸਪੋਰਟ ਰਿਹਾ? ਤੇ ਇਹ ਫੈਕਟ ਕਿ ਜਿਵੇਂ ਤੁਸੀਂ ਕੰਪੀਟੀਟਿਵ ਬੋਡੀ ਬਿਲਡਿੰਗ ਦੇ ਵਿੱਚ ਆ ਗਏ, ਦੇਖੋ ਇਹ ਬਹੁਤ ਔਖਾ ਕੰਮ ਹੈ। ਜਿਵੇਂ ਤੁਸੀਂ ਕਿਹਾ ਕਿ ਇਹਦੀ ਇੱਕ ਸਭ ਤੋਂ ਵੱਡੀ ਮੈਨੂੰ ਲੱਗਦਾ ਚੁਣੌਤੀ ਤਾਂ ਡਰੈਸ ਹੀ ਹੈ। ਆਈ ਥਿੰਕ ਬਿਕਨੀ ਪਾਉਣਾ ਪੈਂਦਾ ਤੁਹਾਨੂੰ ਕੰਪੀਟੀਟਿਵ ਜੇ ਤੁਸੀਂ ਜਾਣਾ ਬੋਡੀ ਬਿਲਡਿੰਗ 'ਚ, ਹੋਰ ਕੋਈ ਚਾਰਾ ਨਹੀਂ ਹੈ। ਮੇਰੀ ਗੱਲ ਸੁਣੋ, ਇੱਕ ਇਹ ਵੀ ਗੱਲ ਹੈ, ਇੱਕ ਡਿਸਿਪਲਿਨ ਵੀ ਹੈ। ਫੋਰ ਐਗਜ਼ਾਮਪਲ ਆਪਣੀ ਕਮਿਊਨਿਟੀ ਦੇ ਵਿੱਚ ਕਈ ਵਾਰੀ ਇੰਨੇ ਫੰਕਸ਼ਨ ਹੁੰਦੇ ਆ, ਜਾਂ ਵੈਜੀਟੇਰੀਅਨ ਡਾਈਟ ਆ, ਜਾਂ ਆਪਣੀ ਡਾਈਟ ਵੀ ਬਹੁਤ ਹੈਵੀ ਆ। ਸੋ ਆਪਣੀ ਡਾਈਟ ਨੂੰ ਕੰਪਲੀਟਲੀ ਚੇਂਜ ਕਰਨਾ ਡੇ ਇਨ ਡੇ ਆਊਟ, ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਆ ਇਹਦੇ ਵਿੱਚ। ਚਲੋ ਬਿਕਨੀ ਤਾਂ ਇੱਕ ਪਾਸੇ ਰਹਿ ਗਈ, ਜਿਹੜੀ ਬਾਕੀ ਚੁਣੌਤੀਆਂ ਨੇ, ਤੁਸੀਂ ਰੋਜ਼ ਜਿਮ ਜਾਣਾ, ਉਹੀ ਡਿਸਿਪਲਿਨ ਕਰਨਾ, ਸੇਮ ਚੀਜ਼ ਕੰਟੀਨਿਊ ਕਰਨੀ ਐਵਰੀ ਡੇ, ਇਟਸ ਨਾਟ ਈਜ਼ੀ। ਤੇ ਤੁਹਾਡੇ ਹਸਬੈਂਡ ਵਾਸ ਵੈਰੀ ਸਪੋਰਟਿਵ ਆਫ ਆਲ ਦੈਟ? ਉਹਨਾਂ ਨੇ ਤਾਂ ਤੁਹਾਨੂੰ ਇਸ ਪਾਸੇ ਤੋਰਿਆ ਸੀ? Kyal was always very supportive. He was always there. ਪਹਿਲੇ ਸ਼ੋਅ ਤੋਂ ਲੈ ਕੇ ਲਾਸਟ ਸ਼ੋਅ ਤੱਕ he is the most, ਮੈਂ ਕਹਿ ਸਕਦੀ ਹਾਂ ਕਿ ਸਭ ਤੋਂ ਉੱਚੀ ਆਵਾਜ਼ ਮੈਨੂੰ ਉਹਦੀ ਸੁਣਦੀ ਹੁੰਦੀ ਹੈ ਜਦੋਂ ਮੈਂ ਸਟੇਜ ਤੇ ਚੜ੍ਹਾਂ। ਯੈਸ। ਤੁਸੀਂ ਰੀਸੈਂਟਲੀ ਇੱਕ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ, ਆਈ ਥਿੰਕ ਦੈਟ ਵਾਸ ਔਨ 15 ਜੁਲਾਈ ਦੇ ਆਸ-ਪਾਸ ਹੀ, ਵਿਚ ਵਾਸ ਵੈਨ ਪ੍ਰੋ ਨੈਸ਼ਨਲ ਸ਼ੋਅ ਸੀ। ਸੋ ਇਸ ਦੇ ਵਿੱਚ ਤੁਸੀਂ ਯੂ ਵਰ ਏਬਲ ਟੂ ਪਰਫਾਰਮ ਬੈਟਰ, ਤੁਸੀਂ ਕੁਝ ਸ਼ਾਇਦ ਮੈਡਲਸ ਵੀ ਹਾਸਲ ਕਰ ਪਾਏ। ਤੇ ਕਿੱਥੋਂ ਕੰਪੀਟੀਸ਼ਨ ਕਿੱਥੋਂ ਹੁੰਦਾ ਜ਼ਿਆਦਾ? ਕਿਹੜੇ ਮੁਲਕਾਂ ਦੀਆਂ ਮਹਿਲਾਵਾਂ ਜ਼ਿਆਦਾ ਬੋਡੀ ਬਿਲਡਿੰਗ ਦੇ ਵਿੱਚ ਚੰਗਾ ਕਰ ਰਹੀਆਂ? ਅਮਰੀਕਾ ਦੀਆਂ is number 1 definitely in bodybuilding, ਪਰ ਅਸੀਂ ਕੈਨੇਡੀਅਨ ਵੀ ਕਾਫੀ ਵਧੀਆ ਕਰਨ ਲੱਗ ਪਏ ਹਾਂ ਹੌਲੀ ਹੌਲੀ। ਪਰ ਇਹ ਆ ਕਿ ਜਿਹੜੇ ਇਹ ਕੰਪੀਟੀਸ਼ਨ ਹੋਇਆ, ਨੈਸ਼ਨਲ ਵੈਨ ਪ੍ਰੋ ਹੋਇਆ, ਇਹਦੇ ਵਿੱਚ ਓਵਰ 200 ਐਥਲੀਟ ਸੀ। ਉਹਦੇ ਵਿੱਚੋਂ ਆਪਣੀ ਰਿਪਰੈਜ਼ੈਂਟੇਸ਼ਨ ਈਸਟ ਇੰਡੀਅਨ ਕਮਿਊਨਿਟੀ ਵਿੱਚੋਂ ਸਿਰਫ ਮੈਂ ਹੀ ਸੀ ਜਿਹੜੀ ਰਿਪਰੈਜ਼ੈਂਟ ਕਰ ਰਹੀ ਸੀ। ਸੈਂਡ ਜੀ, ਮੈਂ ਜਾਣਨਾ ਚਾਹਾਂਗਾ ਕਿ ਬੋਡੀ ਬਿਲਡਿੰਗ ਤੇ ਮਹਿਲਾਵਾਂ ਦੀ ਬੋਡੀ ਬਿਲਡਿੰਗ ਤੇ
ਹੋਰ ਜਿਹੜੀ ਫਿਜ਼ੀਕਲ ਐਕਟੀਵਿਟੀਜ਼ ਸਪੋਰਟਸ ਹੈਗੇ ਨੇ ਉਹਨਾਂ ਦੇ ਵਿੱਚ ਫਰਕ ਤੁਸੀਂ ਕੀ ਵੇਖਦੇ ਹੋ? ਕਾਫੀ ਫਰਕ ਹੈ। ਹਰੇਕ ਸਪੋਰਟ ਦਾ ਆਪਣਾ ਹੀ ਟ੍ਰੈਂਡ ਹੈ। ਫੋਰ ਐਗਜ਼ਾਮਪਲ ਬਾਡੀ ਬਿਲਡਿੰਗ ਦੇ ਵਿੱਚ ਤੁਹਾਨੂੰ ਸਿਰਫ ਮਸਲ ਸ਼ੋ ਅਪ ਕਰਨੇ ਪੈਂਦੇ ਆ, ਉੱਥੇ ਤੁਹਾਨੂੰ ਕੁਝ ਪਰਫਾਰਮ ਨਹੀਂ ਕਰਨਾ ਪੈਂਦਾ। ਇਹ ਨਹੀਂ ਕਿ ਤੁਸੀਂ ਵੇਟ ਲਿਫਟ ਕਰਦੇ ਆ ਜਾਂ ਤੁਸੀਂ ਕੁਝ ਪਰਫਾਰਮ ਕਰਦੇ ਆ, ਯੂ ਆਰ ਜਸਟ ਸ਼ੋਇੰਗ ਯੋਰ ਫਿਜ਼ੀਕ ਕਿ ਤੁਸੀਂ ਕਿੰਨੇ ਤੁਹਾਡੀ ਪ੍ਰੈਜੈਂਟੇਸ਼ਨ ਕਿੱਦਾਂ ਦੀ ਆ, ਤੁਹਾਡੇ ਮਸਲ ਕਿੰਨੇ ਕੁ ਡਿਵੈਲਪ ਹੋ ਚੁੱਕੇ ਆ ਜਾਂ ਤੁਸੀਂ ਪੰਪ ਕਰ ਸਕਦੇ ਆ। ਸੋ ਇਹ ਵਾਲੀਆਂ ਚੀਜ਼ਾਂ ਇਹ ਮੈਟਰ ਕਰਦੀਆਂ ਬਾਡੀ ਬਿਲਡਿੰਗ ਦੇ ਵਿੱਚ। ਪਰ ਜਦੋਂ ਤੁਸੀਂ ਹੋਰ ਸਪੋਰਟਸ ਨੂੰ ਦੇਖੋ, ਫੋਰ ਐਗਜ਼ਾਮਪਲ ਪਾਵਰ ਲਿਫਟਿੰਗ, ਉਹਦੇ ਵਿੱਚ ਇਹ ਨਹੀਂ ਗਾ ਕਿ ਤੁਹਾਡਾ weight ਕਿੰਨਾ ਆ ਜਾਂ ਤੁਸੀਂ ਕਿੱਦਾਂ ਦੇ ਲੱਗ ਰਹੇ ਹੋ, ਤੁਹਾਡੀ ਆਊਟਲੁੱਕ ਕਿੱਦਾਂ ਆ, ਪਰ ਤੁਹਾਨੂੰ weight ਚੁੱਕਣਾ ਪੈਣਾ ਹੈ। ਸੋ ਐਵਰੀ ਸਪੋਰਟਸ ਹੈਜ਼ ਅ ਡਿਫਰੈਂਟ ਕਾਈਂਡ ਆਫ ਕ੍ਰਾਈਟੇਰੀਆ। ਤੇ ਇਹਦੇ ਵਿੱਚ ਕਿਉਂਕਿ ਇੱਕ ਸ਼ੋ ਆਫ ਤਾਂ ਹੈ ਹੀ ਇਹਦੇ ਵਿੱਚ, ਸ਼ੋ ਆਫ ਤਾਂ ਹੈ, ਇਟਸ ਲਿਟਰਲੀ ਸ਼ੋ ਆਫ। ਆਪਾਂ ਚੀਜ਼ ਨੂੰ ਦਿਖਾਣਾ ਹੀ, ਆਪਣੇ ਸਰੀਰ ਨੂੰ ਦਿਖਾਣਾ ਹੈ, ਮਸਲਸ ਨੂੰ ਡਿਸਪਲੇ ਕਰਨਾ ਹੈ। ਬਹੁਤ ਸੇ ਲੋਕ ਇਸ ਨੂੰ ਕਰਨਾ ਚਾਹੁੰਦੇ ਨੇ, ਸਟਾਰਟ ਵੀ ਕਰਦੇ ਨੇ, ਲੇਕਿਨ ਦੇ ਗੈਟ ਇਨਟੂ ਸਟੈਰੋਇਡਸ। ਲੱਗਦਾ ਵੀ ਸਟੈਰੋਇਡਸ ਇਜ਼ ਐਨ ਈਜ਼ੀ ਵੇ ਆਊਟ। ਸੋ ਤੁਹਾਨੂੰ ਵੀ ਸਟੈਰੋਇਡਸ ਲੈਣੇ ਪੈਂਦੇ ਨੇ? ਡੂ ਯੂ ਹੈਵ ਟੂ ਰਿਜ਼ੋਰਟ ਟੂ ਸਮ ਕਾਈਂਡ ਆਫ ਸਟੈਰੋਇਡਸ? ਔਰ ਕਿਵੇਂ ਇਹ ਇੰਨੇ ਮਸਕੂਲਰ ਬੋਡੀ ਨੂੰ ਕਿਵੇਂ ਮੇਨਟੇਨ ਕਿਵੇਂ ਕਰਦੇ ਹੋ ਫਿਰ? ਕਿਉਂਕਿ ਜਿਹੜੀ ਕੈਟੇਗਰੀ 'ਚ ਮੈਂ ਕਰ ਰਹੀ ਹਾਂ ਕੰਪੀਟ, ਉਹਦੇ ਵਿੱਚ ਇੰਨੇ ਤੁਹਾਨੂੰ ਮਸਲਾਂ ਦੀ ਲੋੜ ਨਹੀਂ ਹੈ। ਕਿੰਨੀ ਕੈਟੇਗਰੀਜ਼ ਥੋੜਾ ਸਮਝਾ ਦਿਓ ਕੀ ਕੈਟੇਗਰੀਜ਼? ਕਿਉਂਕਿ ਜਿਹੜੀਆਂ 5 ਕੈਟੇਗਰੀ ਆ ਜਿਹਦੇ ਵਿੱਚ ਵੂਮਨਸ ਕੰਪੀਟ ਕਰਦੀ ਹੈ, ਸਭ ਤੋਂ ਪਹਿਲਾਂ ਆ ਬਾਡੀ ਬਿਲਡਿੰਗ, ਜਿਹਦੇ ਵਿੱਚ ਤੁਹਾਨੂੰ ਯੂ ਨੀਡ ਟੂ ਲੁੱਕ ਬਿਗ, ਯੂ ਨੀਡ ਟੂ ਸ਼ੋ ਮਸਲਸ। ਦੈਨ ਆ ਜਾਂਦੀ ਫਿਗਰ, ਉਹ ਥੋੜ੍ਹੇ ਜਿਹੇ ਘੱਟ ਹੁੰਦੇ ਆ। ਦੈਨ ਆਉਂਦੀ ਆ ਫਿਟਨੈਸ, ਦੈਨ ਆਉਂਦੀ ਆ ਵੈਲਨੈਸ, ਦੈਨ ਆਉਂਦੀ ਆ ਬਿਕਨੀ। ਬਿਕਨੀ ਇਹ ਆ ਕਿ ਮੋਰ ਲਾਈਕਲੀ ਤੁਹਾਨੂੰ ਸਟਿਲ ਵੂਮਨ ਦੀ ਤਰ੍ਹਾਂ ਹੀ ਪ੍ਰੈਜ਼ੈਂਟ ਕਰਨਾ, ਐਜ਼ ਲੌਂਗ ਐਜ਼ ਯੂ ਹੈਵ ਦ ਰਾਈਟ ਫਿਜ਼ੀਕ ਟੂ ਪ੍ਰੈਜ਼ੈਂਟ ਐਟ ਦ ਸਟੇਜ। So, why bikini? Why did you choose bikini? And why wouldn't you choose something else? ਕਿਉਂਕਿ ਮੇਰੇ ਕੋਲ ਪਹਿਲੀ ਗੱਲ ਤੇ ਇੰਨਾ ਟਾਈਮ ਹੈ ਨਹੀਂਗਾ ਉਹਨਾਂ ਦੂਜੀਆਂ ਸਪੋਰਟਸ ਦੇ ਨਾਲ। ਉਹਦੇ ਨਾਲ ਤੁਹਾਨੂੰ ਜ਼ਿਆਦਾ ਟਾਈਮ ਦੇਣਾ ਪੈਂਦਾ, ਤੁਹਾਨੂੰ ਲਿਫਟ ਹੈਵੀ ਕਰਨਾ ਪੈਂਦਾ, ਤੁਹਾਨੂੰ ਖਾਣਾ ਜ਼ਿਆਦਾ ਖਾਣਾ ਪੈਂਦਾ। ਸੋ ਮੇਰੇ ਕ੍ਰਾਈਟੇਰੀਆ ਜਿਹੜਾ ਆ ਉਹ ਬਿਕਨੀ ਦੇ ਵਿੱਚ ਹੀ ਫਿੱਟ ਆਉਂਦਾ ਸੀ। ਤੇ ਉਹਦੇ ਵਿੱਚ ਤੁਹਾਡੀ ਡਾਈਟ ਦੇ ਕੀ ਜਾਂ ਤੁਹਾਡੇ ਜਿਹੜੇ ਵਰਕਆਊਟਸ ਦੇ, ਤੁਹਾਡੇ ਟ੍ਰੇਨਿੰਗ ਦੇ ਕੀ ਸਕੇਡਿਊਲਸ ਨੇ, ਉਹਨਾਂ ਨੂੰ ਥੋੜਾ ਸ਼ੇਅਰ ਕਰੋ। ਇਹ ਆ ਕਿ ਜੇ ਤੁਸੀਂ ਕੰਸਿਸਟੈਂਟ ਹੋ ਕਾਫੀ ਟਾਈਮ ਤੋਂ, ਤੁਸੀਂ 1 ਸਾਲ ਦੀ ਪ੍ਰੈਪ ਲੈ ਲਓ। ਕਈ ਐਥਲੀਟ ਆ ਜਿਹੜੇ 24 ਤੋਂ 36 ਵੀਕਾਂ ਦੀ ਪ੍ਰੈਪ ਕਰਦੇ ਨੇ, ਜਿਹਦੇ ਵਿੱਚ ਉਹਨਾਂ ਨੂੰ ਟ੍ਰੇਨ ਹਾਰਡ ਕਰਨਾ ਪੈਂਦਾ, 2 ਤੋਂ 3 ਵਾਰੀ ਜਿਮ ਜਾਂਦੇ ਨੇ। ਆਪਣਾ ਖਾਣਾ ਉਹਨਾਂ ਨੂੰ ਇਹ ਹੁੰਦਾ ਆ ਕਿ ਸਾਰਾ ਕੁਛ ਮੈਜਰ ਕਰਕੇ ਖਾਣਾ, ਵੇ ਕਰਕੇ ਖਾਣਾ, ਆਊਟਸਾਈਡ ਉਹਦੇ ਤੋਂ ਖਾ ਨਹੀਂ ਸਕਦੇ। ਪਰ ਜਿੱਦਾਂ ਤੁਸੀਂ ਅਲੀਟ ਬਣੀ ਜਾਂਦੇ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਪਿਛਲੇ 8 ਸਾਲਾਂ ਤੋਂ ਮੈਂ ਕਰ ਰਹੀ ਹਾਂ, ਮੇਰਾ ਜਿਹੜਾ ਕ੍ਰਾਈਟੇਰੀਆ ਬਹੁਤ ਚੇਂਜ ਹੋ ਗਿਆ। ਸੋ ਇਸ ਟਾਈਮ ਜਿਹੜਾ ਮੈਂ ਸ਼ੋਅ ਕੀਤਾ, ਮੈਂ ਕੋਈ ਆਪਣੀ ਪ੍ਰੈਪ ਨਹੀਂ ਕੀਤੀ, ਕੋਈ ਵੇਟ ਮੇਜਰ ਨਹੀਂ ਕੀਤਾ, ਮੈਂ ਸਿਰਫ 4 ਵੀਕਸ ਦੀ ਪ੍ਰੈਪ ਕੀਤੀ ਤੇ ਜਾ ਕੇ ਸਟੇਜ 'ਤੇ ਖੜੀ ਹੋ ਗਈ ਐਂਡ ਆਈ ਪਲੇਸ ਸੈਕਿੰਡ। ਪਰ ਗੱਲ ਇਹ ਹੈ ਕਿ ਜਿਹੜਾ ਮਸਲ ਆ ਉਹਨੂੰ ਮੈਚਿਓਰ ਹੋਣ ਲਈ ਵੀ ਟਾਈਮ ਲੱਗਦਾ ਆ। ਸੋ ਦੈਟਸ ਵਾਈ ਜੇ ਹੁਣ ਕੋਈ ਨਵਾਂ ਕਰ ਰਿਹਾ ਆ, ਆਈ ਥਿੰਕ ਦੇ ਨੀਡ ਟੂ ਗੋ ਹਾਰਡ ਔਨ ਦੇਅਰ ਡਾਈਟ ਐਂਡ ਟ੍ਰੇਨਿੰਗ। ਪਰ ਜੇ ਤੁਹਾਡਾ ਪਹਿਲਾਂ ਤੋਂ ਐਕਸਪੀਰੀਅੰਸ ਬਣਿਆ ਹੋਇਆ, ਤੁਹਾਡੇ ਮਸਲ ਮੈਚਿਓਰ ਹੋਏ ਹੋਇਆ, ਤੁਹਾਨੂੰ ਇੰਨਾ ਟਾਈਮ ਦੇਣ ਦੀ ਲੋੜ ਨਹੀਂ ਪੈਂਦੀ। ਤੇ ਇਸ ਲਈ ਕਿੰਨਾ ਸਮਾਂ ਲੱਗ ਜਾਂਦਾ ਇੱਕ ਮਹਿਲਾ ਬਾਡੀ ਬਿਲਡਰ ਨੂੰ ਤਿਆਰ ਕਰਨ ਦੇ ਵਿੱਚ? 9 to 12 months 9 to 12 months ਦੇ ਵਿੱਚ ਪ੍ਰੋਪਰਲੀ ਤਿਆਰ ਹੋ ਸਕਦਾ ਹੈ। ਬਿਲਕੁਲ। ਤੇ ਇਹਨੂੰ ਕੋਈ ਮਹਿਲਾ ਜਾਂ ਕੋਈ ਲੜਕੀ ਕਿਉਂ ਕਰੇ? ਵਾਈ ਸ਼ੁੱਡ ਸਮਬਡੀ ਡੂ ਇਟ? Is it lucrative also? Does it pay you well also? Yeah, it is just more about your wellness. ਤੁਸੀਂ ਆਪਣੇ ਸਰੀਰ, ਆਪਣੀ ਫਿਜ਼ੀਕ, ਆਪਣੀ ਫਿਟਨੈਸ ਬਾਰੇ ਜ਼ਿਆਦਾ ਚਿੰਤਿਤ ਹੋ, ਤੁਸੀਂ ਆਪਣੀ ਲੁੱਕ ਬਾਰੇ ਜ਼ਿਆਦਾ ਕੌਨਸ਼ੀਅਸ ਹੋ, ਤਾਂ ਕਰਕੇ ਤੁਸੀਂ ਕਰਦੇ ਹੋ, ਜਾਂ ਕੋਈ ਹੋਰ ਵੀ ਪੈਸ਼ਨ ਹੈ ਜੋ ਕਿ ਤੁਹਾਨੂੰ ਡਰਾਈਵ ਕਰਦਾ ਹੈ? ਆਫ ਕੋਰਸ ਦੇयर ਇਜ਼ ਅ ਲੋਟ ਆਫ ਪੈਸ਼ਨ। ਫਰਸਟ ਜੋ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਰਨ ਲੱਗ ਜਾਓ, ਜੇ ਹੁਣ ਮੈਂ ਇੱਥੇ ਐਡਿਕਸ਼ਨ ਬਣੀ ਹੋਈ ਆ, ਜਿੱਦਾਂ ਕਿ ਤੁਸੀਂ ਪਹਿਲਾਂ ਵਰਡ ਚੂਜ਼ ਕੀਤਾ ਸੀਗਾ ਕਿ ਜਦੋਂ ਤੁਸੀਂ ਕੋਈ ਚੀਜ਼ ਬਾਰ-ਬਾਰ ਕਰਦੇ ਆ, ਤੁਸੀਂ ਉਹਦੇ ਆਦੀ ਬਣ ਜਾਂਦੇ ਆ। ਸੋ ਇੱਕ ਤਾਂ ਇਹ ਚੀਜ਼ ਆ। ਦੂਜੀ ਗੱਲ ਆ, ਆਫ ਕੋਰਸ ਯੂ ਵਾਂਟ ਟੂ ਲੁੱਕ ਬੈਟਰ, ਯੂ ਵਾਂਟ ਟੂ ਲੁੱਕ ਫਿਟਰ। ਤੀਜੀ ਗੱਲ ਆ ਕਿ ਮੇਰਾ ਕੰਮ ਹੀ ਪਰਸਨਲ ਟ੍ਰੇਨਰ ਆ। ਮੈਂ ਕੰਮ ਹੀ ਇਸ ਏਰੀਆ ਦੇ ਵਿੱਚ ਕਰਦੀ ਹਾਂ ਕਿ ਮੈਨੂੰ ਆਪਣੇ ਆਪ ਨੂੰ ਫਿਟ ਰੱਖਣਾ ਪੈਣਾ ਆ। ਸੋ ਜੇ ਮੈਂ, ਕਿਉਂਕਿ ਮੇਰਾ ਆਲਵੇਜ਼ ਇਹ ਹੁੰਦਾ, ਮੈਂ ਆਪਣੇ ਕਲਾਇੰਟਾਂ ਨੂੰ ਵੀ ਕਹਿੰਦੀ ਹਾਂ ਕਿ ਜੋ ਮੈਂ ਕਹਿੰਦੀ ਹਾਂ ਮੈਂ ਕਰਦੀ ਵੀ ਹਾਂ। ਆਈ ਪ੍ਰੈਕਟਿਸ ਵਟ ਆਈ ਪ੍ਰੀਚ। ਸੋ ਮੈਂ ਇਹ ਨਹੀਂ ਕਹਿਣਾ ਮੰਗਦੀ ਕਿ ਮੈਂ ਉਹਨਾਂ ਨੂੰ ਕਹਾਂ ਤੁਸੀਂ ਆਹ ਫੋਲੋ ਕਰੋ ਅਤੇ ਮੈਂ ਆਪ ਉਹ ਕਰ ਨਹੀਂ ਰਹੀ। So it doesn't make any sense. So ਮੈਂ ਇਸੇ ਲਈ ਸਾਰਾ ਕੁਝ ਕਰ ਰਹੀ ਹਾਂ to prove ਕਰਨ ਲਈ I do what I say. ਤੇ ਜਿਹੜਾ ਫਿਟਨੈਸ ਟ੍ਰੇਨਰ ਵਾਲਾ ਪਾਰਟ ਹੈ, ਇਹ ਬਾਅਦ ਦੇ ਵਿੱਚ ਆਇਆ ਜਸਟ ਬਿਕੋਜ਼ ਤੁਸੀਂ ਇਸ ਕੰਮ 'ਚ ਆ ਚੁੱਕੇ ਸੀ ਤਾਂ ਤੁਸੀਂ ਕੀਤਾ? ਔਰ ਤੇ ਕੰਪੀਟੀਟਿਵ ਬਾਡੀ ਬਿਲਡਰ ਬਣਨਾ ਬਾਅਦ ਦਾ ਪ੍ਰੋਸੈਸ ਸੀਗਾ? ਪਹਿਲਾਂ ਤੁਸੀਂ ਫਿਟਨੈਸ ਟ੍ਰੇਨਰ ਬਣੇ? ਕੰਪੈਰੇਟਿਵ ਬਾਡੀ ਬਿਲਡਰ ਬਣਨਾ ਬਾਅਦ ਦਾ ਪ੍ਰੋਸੈਸ ਸੀਗਾ, ਕਿਉਂਕਿ ਮੈਂ ਆਪਣਾ ਫਿਟਨੈਸ ਟ੍ਰੇਨਰ ਲਿਆ ਸੀਗਾ ਆਪਣੀ ਡਾਟਰ ਤੋਂ ਬਾਅਦ ਵਿੱਚ। ਹਜੇ ਮੇਰਾ ਬੇਟਾ ਨਹੀਂ ਹੋਇਆ ਸੀਗਾ ਉਦੋਂ। ਜੀ। ਸੋ ਯੂ ਇੰਜੋਏ ਦੈਟ ਵਰਕ? ਉਹਦੇ 'ਚ ਕਿੰਨੇ ਮਹਿਲਾਵਾਂ ਕਿੰਨੀਆਂ ਹੈਗੀਆਂ ਨੇ ਜੋ ਕਿ ਆਪਣੇ ਆਪ ਨੂੰ ਫਿਟ ਰੱਖਣ ਲਈ ਦੇ ਸਬਸਕ੍ਰਾਈਬ ਟੂ ਯੂ? There are lots, especially these days। ਮੈਨੂੰ ਇੱਦਾਂ ਕਈ ਵਾਰੀ ਲੱਗਦਾ ਹੁੰਦਾ ਕਿ ਫਿਟਨੈਸ ਇੱਕ ਲਗਜ਼ਰੀ ਬਣ ਚੁੱਕੀ ਆ।
ਇਹ ਨਹੀਂਗਾ ਕਿ ਇਹ ਚੀਪਰ ਆ। ਪਹਿਲਾਂ ਤੁਹਾਨੂੰ ਜਿਮ ਦੀ ਮੈਂਬਰਸ਼ਿਪ ਚਾਹੀਦੀ ਹੈ, ਫਿਰ ਜੇ ਤੁਸੀਂ ਪਰਸਨਲ ਟ੍ਰੇਨਰ ਹਾਇਰ ਕਰਨਾ ਆ, ਦੇ ਆਰ ਐਕਸਪੈਂਸਿਵ। ਉੱਤੋਂ ਤੁਹਾਡਾ ਖਾਣਾ, ਕਿਉਂਕਿ ਗਰੋਸਰੀਜ਼ ਅੱਜ ਕਿੰਨੀਆਂ ਐਕਸਪੈਂਸਿਵ ਆ। ਜੇ ਤੁਸੀਂ ਹੈਲਥੀ ਖਾਣਾ ਆ, ਉਦੋਂ ਵੀ ਐਕਸਪੈਂਸਿਵ ਆ। ਹਜੇ ਜਿਹੜੇ ਤੁਸੀਂ ਆਪਣਾ ਜੰਕ ਫੂਡ ਖਾਣਾ, ਦੈਟਸ ਮਚ ਚੀਪਰ। ਸੋ ਤੁਹਾਨੂੰ ਟਾਈਮ ਕੱਢਣਾ, ਕਈ ਲੋਕ ਆ ਜਿਹੜੇ 8 ਤੋਂ 10 ਘੰਟੇ ਦੀ ਸ਼ਿਫਟ ਲਾਉਂਦੇ ਆ, ਉਹਦੇ ਬਾਅਦ ਟਾਈਮ ਕੱਢਣਾ। ਸੋ ਇਹ ਸਾਰੀਆਂ ਚੀਜ਼ਾਂ ਮੁਸ਼ਕਿਲ ਨੇ। ਇਟਸ ਨਾਟ ਈਜ਼ੀ ਐਂਡ ਇਟਸ ਐਕਸਪੈਂਸਿਵ। ਲੇਕਿਨ ਕਿ ਟੋਟਲੀ ਪ੍ਰੋਫੈਸ਼ਨਲ ਕੰਮ ਹੈ। ਤੁਸੀਂ ਜੇ ਮਹਿਲਾ ਬਾਡੀ ਬਿਲਡਿੰਗ ਜਾਂ ਬਾਡੀ ਬਿਲਡਿੰਗ ਚਾਹੇ ਹੋ, ਉਹ ਟੋਟਲੀ ਤੁਸੀਂ ਪ੍ਰੋਫੈਸ਼ਨਲ ਬਣ ਕੇ ਕੰਮ ਕਰ ਸਕਦੇ ਹੋ। ਤੁਸੀਂ ਇਹ ਨਾ ਸੋਚੋ ਕਿ ਪਾਰਟ ਟਾਈਮ ਹੈ, ਘੰਟਾ 2 ਘੰਟਾ ਲਾ ਲਿਆ ਕਰਾਂਗੇ, ਦੈਨ ਵੀ ਕੈਨ ਗੋ ਵਿਦ ਇਟ। ਨੋ, ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਨਾ, ਮੈਨੂੰ ਇਹ ਹੁੰਦਾ ਜਦੋਂ ਕੋਈ ਕਿਸੇ ਚੀਜ਼ ਨੂੰ ਆਪਣੇ ਪੈਸ਼ਨ ਨਾਲ ਕਰ ਰਿਹਾ ਆ, ਤਾਂ ਉਹ ਬਿਲਕੁਲ ਇਮਾਨਦਾਰੀ ਨਾਲ ਕਰੇਗਾ, ਸੱਚੇ ਦਿਲੋਂ ਕਰੇਗਾ, ਤੇ ਰਿਜ਼ਲਟ ਵੀ ਠੀਕ ਮਿਲਣਗੇ। ਤੇ ਖਰਚਾ ਜਿਹੜਾ ਤੁਹਾਡਾ ਡਾਈਟ ਦੇ ਉੱਤੇ ਜਾਂ ਤੁਹਾਡੇ ਜਿਹੜੇ ਹੋਰ ਸਪਲੀਮੈਂਟਸ ਤੁਸੀਂ ਲੈਂਦੇ ਹੋ, ਤੇ ਕਿਸ ਕਿਸਮ ਦੇ ਸਪਲੀਮੈਂਟਸ ਹੁੰਦੇ ਨੇ? ਤੁਸੀਂ ਕਿਹਾ ਕਿ ਤੁਸੀਂ ਉਸ ਲੈਵਲ ਦੇ ਨਹੀਂ ਕੰਪੀਟੀਟਿਵ ਮੋਡ ਚਾਹੇ ਹੋ, ਲੇਕਿਨ ਬਹੁਤ ਖਰਚੇ ਹੈਗੇ ਨੇ, ਬਿਕੋਜ਼ ਇਹ ਕਾਸਟਲੀ ਹੈਗਾ। ਇਟ ਇਜ਼ ਨਾਟ ਐਜ਼ ਈਜ਼ੀ ਅਫੋਰਡੇਬਲ ਥਿੰਗ। ਜਿੱਦਾਂ ਮੈਂ ਕਿਹਾ ਕਿ ਫਿਟਨੈਸ ਹੈ ਹੀ ਲਗਜ਼ਰੀ ਅੱਜ ਕੱਲ੍ਹ, ਸਪੈਸ਼ਲ ਅੱਜ ਦੇ ਜ਼ਮਾਨੇ ਵਿੱਚ। ਜਦੋਂ ਮੈਂ ਦੇਖਦੀ ਹਾਂ ਗਰੋਸਰੀ ਸਟੋਰਾਂ ਵਿੱਚ ਜਾਂਦੀ ਹਾਂ, ਜੇ ਮੈਂ ਕੰਪੇਅਰ ਕਰਦੀ ਹਾਂ ਜੰਕ ਫੂਡ ਨੂੰ ਹੈਲਥੀ ਫੂਡ ਨਾਲ, ਸੋ ਮਚ ਐਕਸਪੈਂਸਿਵ। ਜਿੱਦਾਂ ਦੀਆਂ ਅਸੀਂ ਖਰਚੇ ਵੱਧ ਚੁੱਕੇ ਨੇ, ਇਟਸ ਹਾਰਡ ਟੂ ਅਫੋਰਡ। ਪਰ ਜਿਹੜੇ ਤੁਹਾਨੂੰ ਸਪਲੀਮੈਂਟ ਔਨ ਟੌਪ ਆਫ ਲੈਣੇ ਪੈਂਦੇ ਆ, ਫੋਰ ਐਗਜ਼ਾਮਪਲ ਤੁਹਾਨੂੰ ਪ੍ਰੋਟੀਨ, BCA ਤੁਹਾਨੂੰ ਲੈਣੀ ਪੈਂਦੀ ਆ, ਦੈਨ ਤੁਸੀਂ ਆਪਣੇ ਵਾਈਟਮਿਨਸ, ਓਮੇਗਾ 3, ਵਿਟਾਮਿਨ D, ਐਵਰੀਥਿੰਗ ਹੈਜ਼ ਟੂ ਬੀ ਔਨ ਪੁਆਇੰਟ ਜੇ ਤੁਸੀਂ ਆਪਣੀ ਬਾਡੀ ਨੂੰ ਇਵੋਲਵ ਕਰਨਾ ਮੰਗਦੇ ਹੋ। ਤੇ ਇਹਦੇ ਨਾਲ ਇੱਕ ਜਿਹੜਾ ਫੰਡਾਮੈਂਟਲ ਕੁਐਸਚਨ ਹੈ ਕਿ ਹਰ ਬੰਦੇ ਲਈ ਤਾਂ ਬਣਿਆ ਨਹੀਂ ਹੁੰਦਾ, ਹਰ ਕਿਸਮ ਦਾ ਸਪੋਰਟ ਹੋਵੇ, ਐਕਟੀਵਿਟੀ ਹੋਵੇ। ਸੋ ਕਿਹੜੇ ਲੋਕਾਂ ਲਈ ਹੈ, ਕਿਹੜੇ ਲੋਕਾਂ ਨੂੰ, ਕਿਹੜੀ ਮਹਿਲਾਵਾਂ ਨੂੰ ਤੁਸੀਂ ਰਿਕਮੈਂਡ ਕਰੋਗੇ? ਤੁਸੀਂ ਵੀ ਕੁਝ ਲੋਕਾਂ ਲਈ ਰੋਲ ਮਾਡਲ ਹੋਵੋਗੇ। ਤੇ ਅੱਜ ਦੇ ਸਮਾਜ ਦੇ ਵਿੱਚ ਇੱਕ ਅਜਿਹਾ ਰੁਝਾਨ ਤੇ ਟ੍ਰੈਂਡ ਹੈ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਸਰੇ ਨੂੰ ਵੇਖ ਕੇ ਬਹੁਤ ਹੁੰਦਾ ਹੈ ਵੀ ਯਾਰ ਉਹ ਬਣ ਗਿਆ ਤਾਂ ਮੈਂ ਵੀ ਕਰ ਲਾਂ, ਉਹ ਬਣ ਗਈ ਤਾਂ ਮੈਂ ਵੀ ਕਰ ਲਾਂ। ਸੋ ਤੁਹਾਡੀ ਕੀ ਰਿਕਮੈਂਡੇਸ਼ਨ ਹੋਏਗੀ? ਕਿਸ ਕਿਸਮ ਦੇ ਲੋਕ ਇਸ ਏਰੀਏ ਦੇ ਵਿੱਚ ਆਉਣ? ਕਿਉਂਕਿ ਮੈਂ ਕਿਸੇ ਨਾਲ ਥੋੜ੍ਹੇ ਦਿਨ ਪਹਿਲਾਂ ਗੱਲ ਕਰਦੀ ਸੀ, ਮੈਂ ਕਿਹਾ ਸੀਗਾ ਕਿ ਮੈਨੂੰ 8-9 ਸਾਲ ਹੋ ਗਏ ਆ, ਅਤੇ ਮੈਂ ਕਈਆਂ ਨੂੰ ਆਉਂਦੇ ਦੇਖਿਆ, ਕਈਆਂ ਨੂੰ ਜਾਂਦੇ ਦੇਖਿਆ। ਸੋ ਇਹ ਆਉਂਦੇ ਜ਼ਿਆਦਾ ਨੂੰ ਦੇਖਿਆ ਕਿ ਜਾਂਦੇ ਜ਼ਿਆਦਾ ਨੂੰ ਦੇਖਿਆ? ਤੁਹਾਨੂੰ ਪਤਾ ਹੈ। ਸੋ ਪਰ ਐਨੀਵੇ, ਗੱਲ ਇਹ ਹੈ ਕਿ ਇਸ ਚੀਜ਼ ਦੇ ਨਾਲ ਜੁੜ ਕੇ ਰਹਿਣਾ, ਇਹ ਤਾਂ ਤੁਹਾਨੂੰ ਪਤਾ ਆ, ਇਟ ਟੇਕਸ ਲੋਟ ਆਫ ਪੈਸ਼ੈਂਸ ਐਂਡ ਲੋਟ ਆਫ ਡਿਸਿਪਲਿਨ, ਸਪੈਸ਼ਲੀ ਜਦੋਂ ਤੁਸੀਂ ਗਾਂ ਤੋਂ ਗਾਂ ਆਪਣੇ ਕਰੀਅਰ ਦੇ ਵਿੱਚ, ਆਪਣੀ ਫੈਮਿਲੀ 'ਚ ਬਿਜ਼ੀ ਹੋ ਜਾਂਦੇ। ਆਈ ਹੈਵ 2 ਟੀਨੇਜਰਸ, ਸੋ ਉਹ ਦੋਨੇ ਵੀ ਸਪੋਰਟਸ ਖੇਡਦੇ ਆ। ਸੋ ਇਹ ਆ ਕਿ ਉਹਨਾਂ ਦੋਨਾਂ ਨੂੰ ਮੇਕ ਸ਼ੋਰ ਕਰਨਾ ਕਿ ਉਹ ਆਪਣੀਆਂ ਸਪੋਰਟਸ ਨਾ ਮਿਸ ਕਰਨ, ਉਹ ਆਪਣਾ ਖਾਣਾ ਪ੍ਰੋਪਰ ਖਾ ਰਹੇ ਆ, ਫਿਰ ਕਿਆਲਾ ਜੌਬ ਕਰਦੇ ਆ। ਦੈਨ ਵੀ ਆਲ 4 of us ਵੀ ਵੋਲੰਟੀਅਰ ਵਰਕ ਐਜ਼ ਵੈਲ। ਸੋ ਸਾਨੂੰ ਇਹ ਹੁੰਦਾ ਕਿ ਕਮਿਊਨਿਟੀ ਨੂੰ ਬੈਕ ਕਰਨਾ। ਪਰ ਇਹ ਆ ਕਿ ਸਾਰਾ ਕੁਛ ਨੂੰ ਤੁਸੀਂ ਕਿੱਦਾਂ ਹੈਂਡਲ ਕਰਦੇ ਆ, ਇਹ ਸਾਰੇ ਨਹੀਂ ਕਰ ਸਕਦੇ। ਨਹੀਂ। ਲਾਸਟ ਮੈਂ ਤੁਹਾਡੇ ਤੋਂ ਸਵਾਲ ਇਹ ਪੁੱਛਣਾ ਚਾਹਾਂਗਾ ਕਿ ਜਿੱਥੋਂ ਆਪਾਂ ਸ਼ੁਰੂ ਹੋਏ ਸੀ, ਇੱਕ ਸਮਾਜ ਦਾ ਦੇਖਣ ਦਾ ਨਜ਼ਰੀਆ, ਤੁਹਾਨੂੰ ਦੇਖਣ ਦਾ, ਅਪਣਾਉਣ ਦਾ, ਐਕਸੈਪਟ ਕਰਨ ਦਾ, ਤੁਹਾਡੇ ਇਸ ਸਰੂਪ ਨੂੰ ਐਕਸੈਪਟ ਕਰਨਾ। ਇੱਕ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਇੱਕ ਮਹਿਲਾ ਨੂੰ ਬਹੁਤ ਲੋਕ ਐਕਸੈਪਟ ਬਹੁਤ ਛੇਤੀ ਕਰ ਲੈਣਗੇ, ਲੇਕਿਨ ਇੱਕ ਬਿਕਨੀ ਦੇ ਵਿੱਚ ਐਕਸੈਪਟ ਕਰਨ ਵਾਲਿਆਂ ਦੀ ਬਹੁਤ ਗਿਣਤੀ ਘੱਟ ਹੋਏਗੀ। ਸੋ ਕੀ ਓਵਰ ਆਲ ਦੀਜ਼ ਈਅਰਸ, 10-12 ਸਾਲ ਜਿੰਨਾ ਤੁਸੀਂ ਮਿਹਨਤ ਕੀਤੀ, ਸੰਘਰਸ਼ ਕੀਤਾ, ਤੁਸੀਂ ਲੋਕਾਂ ਦੇ ਨਜ਼ਰੀਏ ਨੂੰ, ਤੁਹਾਡੇ ਦੇਖਣ ਦਾ ਨਜ਼ਰੀਆ ਜਿਹੜਾ ਉਹਨਾਂ ਦਾ ਹੈ, ਉਸ ਨੂੰ ਬਦਲ ਪਾਏ? ਬਿਲਕੁਲ ਐਂਡ ਆਈ ਕੈਨ ਸੇ ਦੈਟ ਪ੍ਰਾਊਡਲੀ। ਜਦੋਂ ਮੈਨੂੰ ਕੋਈ ਬਜ਼ੁਰਗ ਆ ਕੇ ਕਹਿੰਦਾ ਆ, ਜਾਂ ਕੋਈ ਮੇਰੇ ਤੋਂ ਕੋਈ ਵੱਡਾ ਆ ਕੇ ਕਹਿੰਦਾ, ਜਾਂ ਕੋਈ ਮਾਂ, ਸਿਸਟਰ, ਕੋਈ ਵੀ ਆ ਕੇ ਕਹਿੰਦੀ ਆ ਕਿ ਤੇਰੇ ਕਰਕੇ ਅਸੀਂ ਜਿਮ ਆਉਣ ਲੱਗ ਪਏ, ਤੇਰੇ ਕਰਕੇ ਅਸੀਂ ਇਹ ਕੀਤਾ, ਤੂੰ ਸਾਨੂੰ ਇੰਸਪਾਇਰ ਕੀਤਾ, ਆਫਕੋਰਸ ਨਜ਼ਰੀਆ ਬਦਲਿਆ। ਕਿਉਂਕਿ ਉਹਨਾਂ ਨੂੰ ਸੀਗਾ, ਜਦੋਂ ਬਾਡੀ ਬਿਲਡਿੰਗ ਨੂੰ ਦੇਖਦੇ ਆ ਜਾਂ ਬਿਕਨੀ ਨੂੰ ਦੇਖਦੇ ਆ, ਉਹ ਸੋਚਦੇ ਆ ਕਿ ਇਹ ਡਰੱਗਾਂ 'ਚ ਆ, ਜਾਂ ਇਹ ਸ਼ਰਾਬਾਂ ਪੀਂਦੇ ਆ, ਜਾਂ ਕਲੱਬ ਕਰਦੇ ਆ। ਨਥਿੰਗ। ਕਿਉਂਕਿ ਜਦੋਂ ਤੁਸੀਂ ਇੱਦਾਂ ਦੇ ਸ਼ੋਅ ਕਰਦੇ, ਤੁਹਾਨੂੰ ਡਿਸਿਪਲਿਨ 100% ਰੱਖਣਾ, ਤੁਹਾਨੂੰ ਸੌਣਾ ਟਾਈਮ 'ਤੇ ਪੈਂਦਾ ਹੈ, ਤੁਹਾਨੂੰ ਖਾਣਾ ਆਪਣਾ ਟਾਈਮ 'ਤੇ ਖਾਣਾ ਪੈਂਦਾ ਹੈ, ਤੁਹਾਨੂੰ ਆਪਣੀ ਐਕਸਰਸਾਈਜ਼ ਕਰਨੀ ਪੈਂਦੀ ਹੈ, ਆਪਣਾ ਕੰਮ ਕਰਨਾ ਪੈਂਦਾ, ਆਪਣੀ ਫੈਮਿਲੀ ਦੇਖਣੀ ਪੈਂਦੀ ਹੈ। ਸੋ ਦੈਨ ਦੇ ਅੰਡਰਸਟੈਂਡ, ਓ ਮਾਈ ਗॉड, ਦਿਸ ਇਜ਼ ਨਾਟ ਵਟ ਵੀ ਥਾਟ। ਇਹ ਜਿਹੜੀਆਂ ਸੋਚਾਂ ਗਲਤ ਬਣੀਆਂ ਹੋਈਆਂ ਆ ਓਵਰ ਟਾਈਮ, ਉਹਨਾਂ ਨੂੰ ਨਿਕਲਣ ਨੂੰ ਟਾਈਮ ਲੱਗਾ, ਪਰ ਆਮ ਪ੍ਰਾਊਡ ਕਿ ਮੈਨੂੰ ਬਹੁਤ ਆਪਣੀ ਕਮਿਊਨਿਟੀ ਕੋਲੋਂ ਪਿਆਰ ਮਿਲਿਆ। ਸੰਦੀਪ ਕੌਰ ਦੋਸਾਂਝ ਜੀ, ਸੈਂਡੀ ਦੋਸਾਂਝ, ਬਹੁਤ ਧੰਨਵਾਦ। ਤੁਸੀਂ ਸਟੂਡੀਓ 'ਚ ਆਏ, ਸਮਾਂ ਦਿੱਤਾ ਤੇ ਸਾਡੇ ਲਿਸਨਰਸ ਦੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਥੈਂਕ ਯੂ।